ਸਾਧ ਸੰਗਤ, ਜੋ ਕਥਾ ਵਿਚਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚੱਲ ਰਹੀ ਹੈ। ਮਹਾਰਾਜ ਨੇ ਬਾਣੀ ਦੇ ਰਾਹੀਂ ਸਮਝਾਇਆ ਸੇਖ ਫਰੀਦ ਨੂੰ। ਮਹਾਰਾਜ ਕਹਿੰਦੇ, ਧਾਤ ਮਿਲੇ ਪੁਨ ਧਾਤ ਕੋ, ਸਿਫਤੀ ਸਿਫਤ ਸਮਾਏ। ਲਾਲ ਗਲਾਲ ਗਹਿਵਰਾ ਸੱਚਾ ਰੰਗ ਚੜਾਓ, ਸੱਚ ਮਿਲੇ ਸੰਤੋਖੀਆ, ਹਰ ਜਪ ਏਕੇ ਭਾਏ। ਭਾਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾ ਗੁਰ ਪਾਈਆ, ਮੌਕਤ ਪਦਾਰਥ ਧੇਣ। ਰਹਾਓ ਉੱਚੋ ਥਾਨ ਸੁਹਾਵਣਾ, ਉੱਪਰ ਮਹਿਲ ਮਰਾਰ। ਸੱਚ ਕਰਨੀ ਤੇ ਪਾਈਆ, ਦੂਰ ਘਰ ਮਹਿਲ ਪਿਆਰ। ਗੁਰਮੁਖ ਮਨ ਸਮਝਾਈਆ, ਆਤਮ ਰਾਮ ਵਿਚਾਰ। ਤਿਰਵਿਧ ਕਰਮ ਕਮਾਈਆ, ਆਸ ਅੰਦੇਸਾ ਹੋਏ। ਕਿਉਂ ਗੁਰ ਬਿਨ ਤਿਰਕੁਟੀ, ਛੂਟਸੀ ਸਹਿਜ ਮਿਲੇ ਸੁਖ ਹੋਏ। ਨਿਜ ਕਰ ਮਹਿਲ ਪਛਾਣੀਆਂ, ਨਦਰ ਕਰੇ ਮਲ ਧੋਏ। ਬਿਨ ਗੁਰ ਮੈਲ ਨਾ ਉਤਰੇ, ਬਿਨ ਹਰ ਕੋ ਘਰ ਵਾਸ। ਏਕੋ ਸ਼ਬਦ ਵਿਚਾਰੀਆ, ਅਵਰ ਤਿਆਗੇ ਆਸ। ਨਾਨਕ ਦੇਖ ਦਿਖਾਈਆ, ਹਉ ਸਦ ਬਲਿਹਾਰੇ ਜਾਸ। ਮਹਾਰਾਜ ਨੇ ਬਾਣੀ ਦੇ ਰਾਹੀਂ ਸ੍ਰੀ ਰਾਗ ਮਹੱਲਾ ਪਹਿਲਾ ਦੇ ਵਿੱਚ ਸਮਝਾਇਆ ਸੇਖ ਫਰੀਦ ਨੂੰ। ਮਹਾਰਾਜ ਕਹਿੰਦੇ, ਸੇਖ ਬ੍ਰਹਮ, ਜਿਸ ਤਰ੍ਹਾਂ ਧਾਤ ਸੋਨੇ ਚਾਂਦੀ ਦੇ ਬਣੇ ਹੋਏ ਗਹਿਣਿਆਂ ਨੂੰ ਕਦੀ ਢਾਲ ਕੇ ਮੁੜ ਧਾਤ ਬਣਾ ਲਈਦਾ ਅਤੇ ਧਾਤ ਨੂੰ ਮੁੜ ਗਹਿਣੇ, ਇਸੇ ਤਰ੍ਹਾਂ ਜੋ ਪਰਮਾਤਮਾ ਦੀ ਸਿਫਤ ਸਿਮਰਨ ਕਰਦੇ ਨੇ ਉਹ ਪਰਮਾਤਮਾ ਨਾਲ ਇੱਕਮਿਕ ਹੋ ਜਾਂਦੇ ਹਨ। ਉਹਨਾਂ ਨੂੰ ਪਰਮਾਤਮਾ ਦੀ ਭਗਤੀ ਦਾ ਗੂੜਾ ਲਾਲ ਰੰਗ ਉਹਨਾਂ ਉੱਤੇ ਚੜ੍ਹ ਜਾਂਦਾ। ਪਰ ਇਹ ਰੰਗ ਉਹਨਾਂ ਉੱਤੇ ਚੜ੍ਹਦਾ ਜੋ ਸੰਤੋਖ ਤੇ ਇੱਕ ਚਿੱਤ ਹੋ ਕੇ ਪਰਮਾਤਮਾ ਦੀ ਭਗਤੀ ਕਰਦੇ ਹਨ। ਸੰਤੋਖ ਤੇ ਮਨ ਦੀ ਇਕਾਗਰਤਾ ਤਾਂ ਹਾਸਲ ਹੁੰਦੀ ਹੈ ਜੇ ਸੰਤਾਂ ਗੁਰ ਦੀ ਚਰਨੀ, ਸੰਤਾਂ ਦੀ ਚਰਨ ਧੂੜ ਹੋ ਕੇ ਰਹੇ ਅਤੇ ਸੰਤਾਂ ਗੁਰੂਆਂ ਦੀ ਸਤ ਸੰਗਤ ਵਿੱਚ ਮੁਕਤੀ ਦੇ ਉੱਚੇ ਪਦਾਰਥ ਨੂੰ ਪਾਈਦਾ। ਪਰਮਾਤਮਾ ਨਾਲ ਇੱਕਮਿਕ ਹੋਣ ਵਾਸਤੇ ਜੰਗਲ ਦੀ ਬਜਾਏ ਲੋਕਾਂ ਵਿੱਚ ਬੈਠ ਕੇ ਭਗਤੀ ਕਰਨੀ ਚੰਗੀ ਹੈ। ਇਸ ਮਨੁੱਖਾ ਜਨਮ ਵਿੱਚ ਪਰਮਾਤਮਾ ਕੋਲ ਰਹਿੰਦਾ ਹੈ। ਉਹ ਉੱਚੇ ਮਹਿਲਾਂ ਵਿੱਚ ਰਹਿਣ ਵਾਲਾ ਸੱਚੀ ਕਰਨੀ ਨੇਕ ਮਿਹਨਤ ਨਾਲ ਉਸ ਪਰਮਾਤਮਾ ਦੇ ਦਰ ਉੱਤੇ ਜਾਈਦਾ ਹੈ। ਮਨ ਨੂੰ ਸਮਝਾਉਣ ਵਾਸਤੇ ਰਾਮ ਨਾਮ ਦਾ ਵਿਚਾਰ ਕਰੇ। ਗੁਰਮੁਖਾਂ ਕੋਲ ਬੈਠੇ ਜੋ ਕਰਮ ਮਨੁੱਖ ਰਜੋ ਤਮੋ ਸਤੋ ਦੇ ਕੰਮ ਨਿੱਜੀ ਲਾਲਚ ਬਦਲੇ ਕਰਦਾ ਹੈ, ਉਸ ਵਿੱਚ ਉਹਦੇ ਸੰਸ਼ੇ ਤੇ ਡਰ ਵੱਧ ਜਾਂਦੇ ਹਨ। ਮਾਇਆ ਉਹਨੂੰ ਕਰਾਹੇ ਪਾਉਂਦੀ ਹੈ। ਗੁਰੂ ਮਿਲੇ ਬਿਨਾਂ ਨਾ ਸੰਸੇ ਜਾਂਦੇ ਆ, ਨਾ ਸੁੱਖ ਮਿਲਦਾ ਗੁਰੂ ਤੋਂ ਬਿਨਾਂ। ਪਰਮਾਤਮਾ ਦੀ ਮਿਹਰ ਹੋਵੇ, ਜੋ ਜਨਮ ਜਮਾਂਤਰਾਂ ਦੀ ਮੈਲ ਮਨ ਨੂੰ ਲੱਗੀ ਹੈ ਉਹ ਦੂਰ ਹੋ ਜਾਂਦੀ ਹੈ। ਜਦੋਂ ਮੈਲ ਦੂਰ ਹੋ ਜਾਂਦੀ ਤਾਂ ਹਿਰਦੇ ਵਿੱਚ ਹੀ ਪਰਮਾਤਮਾ ਦਾ ਪ੍ਰਕਾਸ਼ ਹੋ ਜਾਂਦਾ ਹੈ। ਸਾਰੀਆਂ ਆਸ਼ਾਂ ਛੱਡ ਕੇ ਇੱਕ ਵਾਹਿਗੁਰੂ ਦੇ ਸਿਮਰਨ ਦੀ ਆਸ ਰੱਖੇ। ਇਹ ਜੰਗਲਾਂ ਵਿੱਚ ਤਪੱਸਿਆ ਕਰਨੀ ਛੱਡੇ ਤਾਂ ਵਾਹਿਗੁਰੂ ਦੇ ਦਰਸ਼ਨ ਜ਼ਰੂਰ ਹੋਣਗੇ। ਗੁਰੂ ਜੀ ਆਖਦੇ ਨੇ, ਨਾਨਕ ਉਹਨਾਂ ਤੋਂ ਬਲਿਹਾਰ ਜਾਂਦਾ ਹੈ ਜੋ ਪਰਮਾਤਮਾ ਨੂੰ ਆਪ ਦੇਖਦੇ ਅਤੇ ਦੂਸਰਿਆਂ ਨੂੰ ਉਸ ਦੇ ਦਰਸ਼ਨ ਕਰਾਉਂਦੇ ਨੇ। ਭਾਵ ਸਿੱਧੇ ਮਾਰਗ ਭਗਤੀ ਕਰਦੇ ਅਤੇ ਕਰਾਉਂਦੇ ਹਨ। ਹੁਣ ਬਾਣੀ ਰੂਪੀ ਅੰਮ੍ਰਿਤ ਨੂੰ ਪਾਠ ਕਰਕੇ ਸੇਖ ਬ੍ਰਹਮ ਫਰੀਦ ਨਿਹਾਲ ਹੋ ਗਿਆ। ਗੁਰੂ ਜੀ ਦੇ ਪਿਆਰ ਉਂਗਲੀ ਲੱਗ ਕੇ ਜੰਗਲ ਛੱਡ ਆਪਣੇ ਘਰ ਆ ਗਿਆ। ਗੁਰੂ ਜੀ ਫਰੀਦਾਂ ਦੇ ਡੇਰੇ ਚੋਖੇ ਦਿਨ ਰਹੇ। ਸਤ ਕਰਤਾਰ ਦਾ ਜਾਪ ਜਪਾਉਂਦੇ, ਜੀਆਂ ਨੂੰ ਤਾਰਦੇ, ਜੀਵਨ ਦਾ ਸਿੱਧਾ ਗਾਡੀ ਰਾਹ ਦੱਸਦੇ ਰਹੇ। ਉਸ ਸਮੇਂ ਦੇ ਸੂਫੀ ਫਕੀਰ ਗਿਆਨ ਨੂੰ ਕਵਿਤਾ ਵਿੱਚ ਬਿਆਨ ਕਰਿਆ ਕਰਦੇ ਸਨ।
ਇਹਨਾਂ ਫਕੀਰਾਂ ਦੀ ਬਾਣੀ ਕਵਿਤਾ ਪੰਜਾਬ ਵਿੱਚ ਬਹੁਤ ਮਿਲਦੀ ਹੈ। ਗੁਰੂ ਜੀ ਦੇ ਨਿਹਾਲ ਕੀਤੇ ਬਾਬੇ ਫਰੀਦ ਦੀ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਸ਼ਲੋਕ ਫਰੀਦ ਠੇਠ ਪੰਜਾਬੀ ਵਿੱਚ ਪ੍ਰਸਿੱਧ ਬਾਣੀ ਹੈ ਗੁਰੂ ਜੀ ਦੀ। ਆਖਦੇ ਨੇ ਇਹਨਾਂ ਵਿੱਚੋਂ ਕੁਝ ਸ਼ਲੋਕ ਗੁਰੂ ਜੀ ਦੀ ਹਾਜ਼ਰੀ ਵਿੱਚ ਗੁਰੂ ਜੀ ਨਾਲ ਗਿਆਨ ਚਰਚਾ ਕਰਦਿਆਂ ਹੋਇਆਂ ਸ਼ੇਖ ਬ੍ਰਹਮ ਜੀ ਨੇ ਚਾਰੇ ਸਨ, ਅਤੇ ਕੁਝ ਬਾਣੀ ਪਹਿਲੇ ਫਰੀਦ ਦੀ ਹੈ। ਗੁਰੂ ਜੀ ਨੇ ਜਿੰਨੇ ਦਿਨ ਸ਼ੇਖ ਫਰੀਦ ਕੋਲ ਰਹੇ ਉਨੇ ਦਿਨ ਹੀ ਗਿਆਨ ਚਰਚਾ ਹੁੰਦੀ ਰਹੀ। ਕੁਝ ਕੁ ਸਵਾਲ ਜਵਾਬ ਇੱਥੇ ਦਿੱਤੇ ਜਾਂਦੇ ਹਨ। ਹੁਣ ਸ਼ੇਖ ਬ੍ਰਹਮ ਜੀ ਨੇ ਪੁੱਛਿਆ, ਮੇਰਾ ਦਿਆ ਸਾਈਆਂ ਹਿੰਦੂ ਕੁਝ ਦੱਸਦੇ ਨੇ ਅਤੇ ਮੁਸਲਮਾਨ ਕੁਝ। ਹੁਣ ਬਲੀਆਂ ਪੈਗੰਬਰਾਂ ਅਵਤਾਰਾਂ ਦੀ ਗਿਣਤੀ ਨਹੀਂ, ਕਿਸ ਦਾ ਧਿਆਨ ਧਰ ਕੇ ਸਿਮਰਨ ਕਰਗੇ। ਗੁਰੂ ਜੀ ਨੇ ਉੱਤਰ ਦਿੱਤਾ, ਕਹਿੰਦੇ ਦੂਜਾ ਕਾਹੇ ਸਿਮਰਿਆ ਜੰਮੇ ਤੇ ਮਰ ਜਾਏ, ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ। ਮਹਾਰਾਜ ਕਹਿੰਦੇ ਹੇ ਫਰੀਦ, ਉਸ ਦੂਸਰੇ ਨੂੰ ਕਿਉਂ ਸਿਮਰੀਏ ਜੋ ਜਨਮ ਮਰਨ ਵਿੱਚ ਆਉਂਦਾ ਹੈ। ਭਾਵ ਮਨੁੱਖ, ਮਿੱਟੀ, ਦੇਵੀ ਦੇਵਤੇ, ਸੱਪ, ਅਗਨ ਆਦਿ ਮਿਥੀਆਂ ਸ਼ਕਤੀਆਂ ਹਨ। ਸਿਮਰਨ ਉਸ ਅਕਾਲ ਪੁਰਖ ਦਾ ਕਰਨਾ ਚਾਹੀਦਾ ਹੈ ਜੋ ਸਦੀਵ ਕਾਲ ਤੋਂ ਇੱਕ ਰੂਪ ਹੈ। ਨਿਰੰਕਾਰ ਕਰਤਾਰ ਅਕਾਲ ਪੁਰਖ ਵਸ ਉਸ ਦਾ ਸਿਮਰਨ ਕਰੋ। ਸ਼ੇਖ ਬ੍ਰਹਮ ਨੇ ਉੱਤਰ ਦਿੱਤਾ, ਕਹਿੰਦਾ ਫਰੀਦਾ ਠੰਡੀ ਕਤ ਨ ਰਾਵਿਓ ਵੱਡੀ ਥੀ ਮਈ ਆਸ, ਧਨਕ ਕਹਿੰਦੀ ਗੌਰ ਮੇ ਤੈ ਸਹਿ ਨ ਮਿਲੀ ਆਸ। ਗੁਰੂ ਜੀ ਨੇ ਸ਼ਲੋਕ ਰਾਹੀਂ ਹੋਰ ਪੁੱਛਿਆ, ਮਹਿਲ ਕਚੱਜੀ ਮੜਵੜੀ ਕਾਲੀ ਮੰਨਿਓ ਕਸੁੱਧ, ਜੇ ਗੁਣ ਹੋਵਨ ਤਾਂ ਪਿਰ ਮਿਲੇ ਨਾਨਕ ਅਵਗੁਣ ਮੁੱਧ। ਔਰਤ ਘਰ ਹੋਵੇ ਅਤੇ ਮਰਦ ਵਿਦੇਸ਼ ਗਿਆ ਹੋਵੇ, ਅਤੇ ਜੇ ਔਰਤ ਮਰਦ ਦੇ ਹੱਕ ਅੰਦਰ ਬੈਠੀ ਰਹੇ ਤਾਂ ਔਰਤ ਖਸਮ ਦੀ ਅਤੇ ਖਸਮ ਔਰਤ ਦਾ। ਅਤੇ ਪਰ ਜੇਕਰ ਔਰਤ ਹੋਵੇ ਔਗਣਹਾਰੀ ਅਤੇ ਆਪਣੇ ਖਸਮ ਨਾਲ ਸਿਦਕ ਨਾ ਹੋਵੇ, ਉਹ ਔਰਤ ਔਰਾਂ ਦੀ ਹੋਈ, ਅਤੇ ਜੇ ਸਬਰ ਕਰਕੇ ਬਹਿ ਰਹੇ ਤਾਂ ਸਿਦਕ ਮੁਰਾਦ ਪਾਵੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਹੀ ਬੰਦੇ ਦਾ ਜੀਵਨ ਹੈ। ਇਸ ਤਰ੍ਹਾਂ ਕਈ ਦਿਨ ਗਿਆਨ ਚਰਚਾ ਕਰਨ ਪਿੱਛੋਂ ਗੁਰੂ ਜੀ ਅੱਗੇ ਤੁਰ ਪਏ। ਹੁਣ ਅੱਗੇ ਸਾਧ ਸੰਗਤ ਕੁਰਕਸ਼ੇਤਰ ਸੂਰਜ ਗ੍ਰਹਿਣ ਦਾ ਮੇਲਾ ਆ ਗਿਆ। ਜਦੋਂ ਅੱਗੇ ਸਤਿਗੁਰੂ ਜੀ ਗਏ ਫਰੀਦ ਜੀ ਦੇ ਕੋਲੋਂ, ਹੁਣ ਸ਼ੇਖ ਬ੍ਰਹਮ ਨੂੰ ਸਿੱਧੇ ਰਾਹ ਪਾ ਕੇ ਗੁਰੂ ਜੀ ਦਾ ਵਿਚਾਰ ਤਾਂ ਪੱਛਮ ਦੱਖਣ ਦੇਸ਼ ਦੇ ਵਸਨੀਕਾਂ ਨੂੰ ਤਾਰਨ ਦਾ ਸੀ। ਪਰ ਉੱਥੇ ਹੀ ਗੁਰੂ ਜੀ ਨੂੰ ਪਤਾ ਲੱਗਾ ਕਿ ਕੁਰਕਸ਼ੇਤਰ ਸੂਰਜ ਗ੍ਰਹਿਣ ਦਾ ਇੱਕੋ ਇਕੱਠ ਹੈ। ਇਹ ਇੱਕ ਕਈਆਂ ਸਾਲਾਂ ਪਿੱਛੋਂ ਹੋਇਆ ਕਰਦਾ ਹੈ। ਗੁਰੂ ਜੀ ਨੇ ਇਸ ਮੇਲੇ ਉੱਤੇ ਜ਼ਰੂਰੀ ਪੁੱਜਣਾ ਸਮਝਿਆ। ਹੁਣ ਕੁਰਕਸ਼ੇਤਰ ਜ਼ਿਲ੍ਹਾ ਕਰਨਾਲ ਵਿੱਚ ਦਿੱਲੀ ਤੋਂ 100 ਮੀਲ ਪੱਛਮ ਦਿਸ਼ਾ ਵੱਲ ਹੈ। ਅੰਬਾਲਾ ਰੇਲਵੇ ਲਾਈਨ ਉੱਤੇ ਹੈ। ਇਹ ਸ਼ਹਿਰ ਦਾ ਨਾਂ ਥਨੇਸਰ ਹੈ। ਪੁਰਾਣੇ ਤਲਾਅ ਕੋਹਾਂ ਤੱਕ ਜੰਗਲ ਹੈ। ਇਸ ਸਥਾਨ ਉੱਤੇ ਕੈਰੋਂ ਅਤੇ ਪਾਂਡਵਾਂ ਦਾ ਯੁੱਧ ਹੋਇਆ ਸੀ, ਜਿਸ ਯੁੱਧ ਨੂੰ ਮਹਾਭਾਰਤ ਦੀ ਲੜਾਈ ਆਖਿਆ ਜਾਂਦਾ ਹੈ। ਉਸ ਲੜਾਈ ਦੀ ਯਾਦ ਨੂੰ ਉਸ ਦਿਨ ਮਨਾਇਆ ਜਾਂਦਾ ਹੈ ਜਿਸ ਦਿਨ ਸੂਰਜ ਗ੍ਰਹਿਣ ਲੱਗੇ। ਹੁਣ ਸੂਰਜ ਗ੍ਰਹਿਣ ਚੱਕਰ ਨਾਲ ਕਦੀ 2-3 ਸਾਲੀ ਅਤੇ ਕਦੀ 5 ਸਾਲੀ ਲੱਗਦਾ ਹੈ। ਮੇਲੇ ਉੱਤੇ ਕਈ ਲੱਖ ਲੋਕ ਪੁੱਜਦੇ ਹਨ। ਪਾਕਪਟਨ ਤੋਂ ਹਿੰਦੂ ਸਾਧੂ ਅਤੇ ਬ੍ਰਾਹਮਣ ਮੇਲਾ ਦੇਖਣ ਵਾਸਤੇ ਆ ਰਹੇ ਸਨ। ਉਹਨਾਂ ਦੇ ਨਾਲ ਗੁਰੂ ਜੀ ਤੁਰ ਪਏ। ਰਾਹ ਵਿੱਚ ਭਾਈ ਘੋਹਾ ਅਤੇ ਹੋਰ ਜੀਆਂ ਨੂੰ ਤਾਰਿਆ। ਕਈਆਂ ਭੁੱਲਿਆਂ ਸਾਧੂਆਂ, ਫਕੀਰਾਂ ਅਤੇ ਗ੍ਰਸਤੀਆਂ ਨੂੰ ਸਿੱਧੇ ਰਾਹ ਪਾ ਕੇ ਜੀਵਨ ਪੱਧਰ ਉੱਤੇ ਖਲੋ ਕੇ ਜੀਵਨ ਵਾਸਤੇ ਕਿਹਾ। ਆਖਰ 6ਵੇਂ ਦਿਨ ਕੁਰਕਸ਼ੇਤਰ ਪੁੱਜ ਗਏ। ਵੱਡੇ ਤਲਾਬ ਅਤੇ ਮੰਦਰਾਂ ਦੇ ਪੱਛਮ ਵੱਲ ਉੱਚੀ ਥਾਂ ਉੱਤੇ ਗੁਰੂ ਜੀ ਡੇਰਾ ਲਾ ਬੈਠੇ। ਸੂਰਜ ਗ੍ਰਹਿਣ ਦੇ ਲੱਗਣ ਵਿੱਚ ਅਜੇ 48 ਕੁ ਘੰਟੇ ਰਹਿੰਦੇ ਸਨ,
ਪਰ ਲੋਕਾਂ ਦੀ ਭੀੜ ਬਹੁਤ ਸੀ। ਇਸਤਰੀ ਮਰਦ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਇੱਕ ਹੋਏ ਦਰਿਆ ਦੀਆਂ ਲਹਿਰਾਂ ਵਾਂਗ ਇੱਧਰ ਉੱਧਰ ਤੁਰੇ ਫਿਰਦੇ ਸਨ। ਨਾਟਕ ਮੰਡਲੀਆਂ, ਭੰਗੂੜਿਆਂ ਵਾਲੇ, ਤਮਾਸ਼ਾ ਕਰਨ ਵਾਲੇ ਅਤੇ ਦੁਕਾਨਦਾਰ ਖੂਬ ਚਾਂਦੀ ਰੋਲ ਰਹੇ ਸਨ। ਕਈ ਥਾਈਂ ਸਾਧੂ ਭਜਨ ਮੰਡਲੀਆਂ ਲਈ ਬੈਠੇ ਸਨ। ਹਰਿਦੁਆਰ ਦੇ ਸਾਧੂਆਂ ਅਤੇ ਅਖਾੜਿਆਂ ਦੇ ਮਹੰਤ ਬਿੱਗਿਆਂ ਦੇ ਬਿੱਗੇ ਥਾਂ ਮੱਲ ਕੇ ਛਾਉਣੀਆਂ ਪਾਈ ਬੈਠੇ ਸਨ। ਹੁਣ ਸੂਰਜ ਦੇਵਤਾ ਨੂੰ ਰਾਹੂ ਅਤੇ ਕੇਤੂ ਚੰਦਰੇ ਦੈਂਤਾਂ ਨੇ ਘੇਰਨਾ ਸੀ ਅਤੇ ਲੋਕਾਂ ਨੇ ਭਜਨ ਪੁੰਨ ਦਾਨ ਕਰਕੇ ਸੂਰਜ ਨੂੰ ਰਾਹੂ ਕੇਤੂ ਕੋਲੋਂ ਆਜ਼ਾਦ ਕਰਾਉਣਾ ਸੀ। ਇਹ ਭੁੱਲੜ ਲੋਕਾਂ ਨੇ ਭੁੱਲੀ ਦੁਨੀਆ ਦੀ ਭੇਡ ਚਾਲ ਦੇਖ ਕੇ ਗੁਰੂ ਜੀ ਨੂੰ ਬਹੁਤ ਤਰਸ ਆਇਆ। ਉਹਨਾਂ ਨੇ ਨਿਰੰਕਾਰ ਨੂੰ ਆਖਿਆ ਕਿ ਦਾਤਾ, ਕਿਉਂ ਮਨੁੱਖਤਾ ਨੂੰ ਖਾਕ ਵਿੱਚ ਰੋਲਦਾ ਹੈ? ਕਿਉਂ ਸਮੱਤ ਨਹੀਂ ਦਿੰਦਾ? ਮੁੜ ਮਰਦਾਨੇ ਨੂੰ ਆਖਿਆ, ਮਰਦਾਨਿਆਂ ਕਰਤਾਰ ਨੂੰ ਚੇਤੇ ਕਰ, ਰਬਾਬ ਵਜਾ, ਉਸ ਦਾਤੇ ਨੂੰ ਚੇਤੇ ਕਰ ਲਈਏ। ਮਾਲਕ ਦਾ ਹੁਕਮ ਮੰਨ ਕੇ ਮਰਦਾਨੇ ਨੇ ਰਬਾਬ ਵਜਾਉਣਾ ਸ਼ੁਰੂ ਕੀਤਾ। ਸਤ ਕਰਤਾਰ, ਸਤ ਕਰਤਾਰ ਉਚਾਰਨ ਲੱਗੀ ਰਬਾਬ। ਸਿਆਣੇ ਆਖਦੇ ਨੇ ਰਾਗ ਇੱਕ ਜਾਦੂ ਹੁੰਦਾ ਹੈ। ਮਨੁੱਖ ਤਾਂ ਇੱਕ ਪਾਸੇ ਰਹੇ, ਪਸ਼ੂ ਪੰਛੀਆਂ ਨੂੰ ਵੀ ਆਪਣੇ ਵੱਲ ਖਿੱਚ ਲੈਂਦਾ ਹੈ। ਮਰਦਾਨੇ ਨੇ ਰਬਾਬ ਵਜਾਇਆ। ਗੁਰੂ ਜੀ ਨੇ ਲੰਮੀ ਸੁਰ ਰੱਖ ਕੇ ਆਲਾਪ ਸ਼ੁਰੂ ਕੀਤਾ। ਪਲੋ ਪਲੀ ਵਿੱਚ ਕੀਰਤਨ ਹੋਣਾ ਸ਼ੁਰੂ ਹੋ ਗਿਆ। ਕੀਰਤਨ ਹੁੰਦਾ ਸੁਣ ਕੇ ਲੋਕ ਇਕੱਠੇ ਹੋ ਗਏ। ਕੀਰਤਨ ਦੇ ਰਸ, ਗੁਰੂ ਜੀ ਦੇ ਨੂਰੀ ਚਿਹਰੇ ਦੀ ਖਿੱਚ ਅਤੇ ਦੋਹਾਂ ਗੁਰੂ ਨਾਨਕ ਜੀ ਤੇ ਮਰਦਾਨੇ ਦੇ ਨਿਰਾਲੇ ਭੇਸ ਨੇ ਲੋਕਾਂ ਨੂੰ ਖਿੱਚ ਕੇ ਬਿਠਾ ਲਿਆ। ਚੰਗੇ ਲੋਕ ਜੁੜ ਗਏ। ਗੁਰੂ ਜੀ ਰੱਬੀ ਬਾਣੀ ਰਾਹੀਂ ਆਖ ਰਹੇ ਸਨ। ਮਹਾਰਾਜ ਕਹਿੰਦੇ, ਬਾਹਰਾ ਮਹਿ ਰਾਵਲ ਖੱਪ ਜਾਵਿਓ ਚੌਂ ਛਿਆਂ, ਮੈਂ ਸੰਨਿਆਸੀ ਜੋਗੀ ਕਾਪੜੀਆ ਸਿਰ ਖੁੱਬੇ, ਬਿਨ ਸ਼ਬਦੇ ਗਲ ਫਾਸੀ, ਸ਼ਬਦ ਰਤੇ ਪੂਰੇ ਵਿਰਾਗੀ, ਓ ਹਠ ਹਸਤ ਮਹਿ ਭੀਖਿਆ, ਸਾਚੀ ਏਕ ਭਾਏ ਲੈ ਵਿਰਾਗੀ। ਰਹਾਓ, ਬ੍ਰਾਹਮਣ ਬਾਦ ਪੜ੍ਹੈ ਕਰ ਕਰਿਆ, ਕਰਨੀ ਕਰਨ ਕਰਾਏ, ਬਿਨ ਬੂਝੇ ਕੁਛ ਸੂਝੇ ਨਾਹੀਂ, ਮਨ ਮੁਖ ਵਿਛੜ ਦੁਖ ਪਾਏ। ਸ਼ਬਦ ਮਿਲੇ ਸੇ ਸੁੱਚਾ ਚਾਰੀ, ਸਾਚੀ ਦਰਗਾਹ ਮਾਨੇ, ਅੰਦਰ ਨਾਮ ਰਤਨ ਲਿਵ ਲਾਗੇ, ਜੁਗ ਜੁਗ ਸਾਚ ਸਮਾਨੇ। ਸਗਲੇ ਕਰਮ ਧਰਮ ਸੁਚ ਸੰਜਮ, ਜਪ ਤਪ ਤੀਰਥ ਸ਼ਬਦ ਵਸੇ, ਨਾਨਕ ਸਤਿਗੁਰ ਮਿਲੇ ਮਿਲਾਇਆ, ਦੁੱਖ ਪਰਾਸ਼ਤ ਕਾਲ ਨਸੇ। ਪ੍ਰਭਾਤੀ ਮਹੱਲਾ ਪਹਿਲੇ ਦੇ ਵਿੱਚ ਮਹਾਰਾਜ ਨੇ ਬਾਣੀ ਉਚਾਰੀ। ਮਹਾਰਾਜ ਨੇ ਦੱਸਿਆ, ਅਰਥਾਂ ਨੂੰ ਦੱਸਿਆ। ਕਹਿੰਦਾ ਜਿਹੜੇ 12 ਨਾਮ ਵਾਲੇ ਜੋਗੀ ਹਨ, ਸੰਨਿਆਸੀ ਭੇਖ ਧਾਰਨ ਵਾਲੇ ਅਤੇ ਜੈਨੀ, ਜੋ ਸਿਰ ਖੋਹਦੇ ਅਤੇ ਮੰਦੀ ਦਸ਼ਾ ਵਿੱਚ ਰਹਿੰਦੇ ਹਨ, ਸਾਰਿਆਂ ਦੇ ਗਲ ਜਮਾਂ ਦੀ ਫਾਹੀ ਪਵੇਗੀ। ਕਿਉਂ ਜਿਸ ਮਾਰਗ ਇਹ ਚੱਲ ਰਹੇ ਨੇ, ਇਹ ਸਵਰਗ ਨੂੰ ਜਾਣ ਦੀ ਥਾਂ ਨਰਕ ਨੂੰ ਜਾਂਦਾ ਹੈ। ਅਸਲ ਜੋਗੀ ਅਤੇ ਸੰਨਿਆਸੀ ਉਹ ਹਨ ਜੋ ਇੱਕ ਪਰਮਾਤਮਾ ਦੇ ਪੁਜਾਰੀ, ਉਹਦੇ ਪ੍ਰੇਮ ਵਿੱਚ ਰਤੇ, ਉਹਦੀ ਉਪਮਾ ਕਰਦੇ ਰਹਿੰਦੇ ਹਨ। ਬ੍ਰਾਹਮਣ ਬਹੁਤਾ ਪੜ੍ਹਨ ਦੇ ਹੰਕਾਰ ਵਿੱਚ ਦੂਸਰਿਆਂ ਨਾਲ ਲੜਦੇ ਅਤੇ ਝਗੜਦੇ ਰਹਿੰਦੇ ਨੇ। ਲਾਲਚ ਵਿੱਚ ਭਾਰੀ ਕਿਰਿਆ ਕਰਮ ਕਰਦੇ ਅਤੇ ਦੂਸਰਿਆਂ ਦੇ ਕੋਲੋਂ ਕਰਾਉਂਦੇ ਨੇ। ਗੁਰੂ ਦੇ ਉਪਦੇਸ਼ ਨੂੰ ਸਮਝਦੇ ਨਹੀਂ। ਮਨੁੱਖਤਾ ਦੇ ਕਾਰਨ ਜਨਮ ਮਰਨ ਦੇ ਗੇੜ ਵਿੱਚੋਂ ਸੁਤੰਤਰਤਾ ਹਾਸਲ ਨਹੀਂ ਕਰਦੇ। ਜੋ ਗੁਰੂ ਦੇ ਸ਼ਬਦ ਨਾਲ ਜੁੜਦੇ ਨੇ, ਉਹ ਸੱਚੇ ਰਾਹ ਤੁਰਦੇ ਆ। ਉਹੀ ਵਾਹਿਗੁਰੂ ਨਾਲ ਇੱਕ ਰੂਪ ਹੋ ਕੇ ਜੁੱਗਾਂ ਤੱਕ ਸੁੱਖ ਭੋਗਦੇ ਹਨ। ਗੁਰੂ ਕੋਲੋਂ ਉਪਦੇਸ਼ ਲੈਣ 'ਤੇ ਸਾਰੇ ਕਰਮ ਧਰਮ
ਜਪ ਤਪ ਸੰਜਮ ਅਤੇ ਪੁੰਨਦਾਨ ਸਫਲ ਹੁੰਦੇ ਨੇ ਅਤੇ ਜੀਵਨ ਪੱਧਰ ਉੱਤੇ ਚੱਲਦੇ ਹਨ। ਫਿਰ ਜਮ ਦਾ ਡੰਡਾ ਡਰ ਦੂਰ ਹੋ ਜਾਂਦਾ ਹੈ। ਜਮ ਨੇੜੇ ਨਹੀਂ ਆਉਂਦੇ। ਮਨ ਸਾੜਨ ਦੀ ਥਾਂ ਗੁਰੂ ਕੋਲੋਂ ਉਪਦੇਸ਼ ਲੈ ਕੇ ਸਿਮਰਨ ਕਰਨਾ ਚਾਹੀਦਾ ਹੈ। ਉਸ ਸਮੇਂ ਅੰਧ ਵਿਸ਼ਵਾਸ ਵਿੱਚ ਦੀਵਾਨੀ ਹੋਈ ਜਨਤਾ ਜੋਗੀਆਂ, ਭੇਖੀਆਂ, ਸਾਧੂਆਂ, ਸੰਨਿਆਸੀਆਂ ਆਦਿ ਉੱਤੇ ਬਹੁਤ ਭਰੋਸਾ ਕਰਦੀ ਅਤੇ ਉਹਨਾਂ ਨੂੰ ਭਗਵਾਨ ਦਾ ਪ੍ਰਤੱਖ ਰੂਪ ਸਮਝਦੀ ਸੀ। ਜਦੋਂ ਜੋਗੀਆਂ, ਸੰਨਿਆਸੀਆਂ ਅਤੇ ਜੈਨੀਆਂ ਦੇ ਪਖੰਡ ਬਾਰੇ ਸ਼ਬਦ ਆਚਾਰਿਆ ਤਾਂ ਜਨਤਾ ਵਿੱਚ ਹਿਲਜੁਲ ਮੱਚ ਗਈ। ਜਿਨ੍ਹਾਂ ਦੀ ਆਤਮਾ ਜਾਗਦੀ ਸੀ ਉਹ ਗੁਰੂ ਜੀ ਦੇ ਬਹੁਤ ਨੇੜੇ ਹੋ ਆਏ। ਜਿਨ੍ਹਾਂ ਦੇ ਦਿਲ ਦਿਮਾਗ ਉੱਤੇ ਭਰਮਾਂ ਦਾ ਬਹੁਤ ਭਾਰ ਸੀ ਉਹ ਸੋਚਾਂ ਵਿੱਚ ਡੁੱਬੇ। ਜਿਨ੍ਹਾਂ ਦੀ ਆਤਮਾ ਭਰਮਾਂ, ਪਾਪਾਂ ਅਤੇ ਪਖੰਡਾਂ ਨਾਲ ਸੜ ਕੇ ਸਵਾਹ ਹੋ ਚੁੱਕੀ ਸੀ ਉਹ ਕ੍ਰੋਧ ਵਿੱਚ ਆ ਗਏ। ਉਹ ਸਿਰ 'ਤੇ ਪੈਰ ਰੱਖ ਕੇ ਉੱਤੋਂ ਨੱਸ ਉੱਠੇ। ਪੰਡਤਾਂ, ਮੁਖੀ, ਸਾਧੂਆਂ, ਜੋਗੀਆਂ ਅਤੇ ਸੰਨਿਆਸੀਆਂ ਕੋਲ ਉੱਪੜ ਕੇ ਉਹਨਾਂ ਨੇ ਦਮ ਲਿਆ। ਜਾ ਦੁਹਾਈ ਪਾਈ, ਪਤਾ ਕੁਝ ਨਹੀਂ ਲੱਗਦਾ, ਸਾਧੂ ਹੈ ਕਿ ਫਕੀਰ, ਹਿੰਦੂ ਹੈ ਕਿ ਮੁਸਲਮਾਨ। ਨਾਨਕ ਨਿਰੰਕਾਰੀ ਨਾਂ ਦੱਸਦਾ ਹੈ, ਉਹ ਸਾਰੇ ਭੇਖਾਂ ਦੇ ਉਲਟ ਪ੍ਰਚਾਰ ਕਰ ਰਿਹਾ ਹੈ। ਹਨੇਰ ਪੈ ਗਿਆ, ਉਸ ਦਾ ਮੂੰਹ ਬੰਦ ਕਰਨਾ ਚਾਹੀਦਾ ਹੈ। ਇਹੋ ਜਿਹੀਆਂ ਚੁਗਲੀਆਂ ਸੁਣ ਕੇ ਪੰਡਤਾਂ ਅਤੇ ਸਾਧੂਆਂ ਨੇ ਗੁਰੂ ਜੀ ਕੋਲੋਂ ਪੁੱਛਿਆ, ਕਿਹੜੇ ਗੁਰੂ ਦਾ ਚੇਲਾ ਹੈ, ਕਿਹੜੇ ਭੇਖ ਨੂੰ ਮੰਨਦਾ ਹੈ? ਗੁਰੂ ਜੀ ਨੇ ਸਭ ਨੂੰ ਉੱਤਰ ਦਿੱਤਾ, ਮੈਂ ਅਕਾਲ ਪੁਰਖ ਦਾ ਚੇਲਾ ਹਾਂ, ਉਹਦੇ ਹੁਕਮ ਨਾਲ ਦੁਨੀਆ ਵਿੱਚ ਆਇਆ ਹਾਂ। ਅਕਾਲ ਪੁਰਖ ਦੇ ਸਹੀ ਸਰੂਪ ਦਾ ਪ੍ਰਚਾਰ ਕਰ ਰਿਹਾ ਹਾਂ। ਪਖੰਡਾਂ ਅਤੇ ਗੜ੍ਹਾਂ ਨੂੰ ਫਤਿਹ ਕਰਨਾ ਹੈ। ਮਹਾਭਾਰਤ ਦੇ ਯੁੱਧ ਕੌਰਵਾਂ ਅਤੇ ਪਾਂਡਵਾਂ ਦੀ ਨੀਤੀ, ਸੂਰਜ ਗ੍ਰਹਿਣ, ਪੰਡਤਾਂ ਦੀ ਦਾਨ ਲੁੱਟ ਅਤੇ ਸਾਧੂਆਂ ਦੇ ਪਖੰਡਾਂ ਬਾਰੇ ਡਟ ਕੇ ਬਹਿਸ ਹੋਈ। ਗੁਰੂ ਜੀ ਨੇ ਸਭ ਨੂੰ ਸਹੀ ਉੱਤਰ ਦੇ ਕੇ ਠੰਡਿਆਂ ਕਰ ਦਿੱਤਾ। ਬਹੁਤੇ ਗੁਰੂ ਜੀ ਦੇ ਸਿੱਖ ਬਣ ਗਏ। ਸਮਾਂ ਆਪਣੀ ਚਾਲ ਅੱਗੇ ਲੰਘ ਗਿਆ। ਉਹ ਦਿਹਾੜਾ ਆ ਗਿਆ ਜਿਸ ਦਿਹਾੜੇ ਸੂਰਜ ਗ੍ਰਹਿਣ ਲੱਗਣਾ ਸੀ। ਸਾਰੇ ਤੀਰਥ ਉੱਤੇ ਕਿਸੇ ਨੇ ਅੱਗ ਨਾ ਬਾਲੀ, ਖਾਣ ਪੀਣ ਵਾਸਤੇ ਕੋਈ ਵਸਤੂ ਨਾ ਧਰੀ ਕਿ ਗ੍ਰਹਿਣੀ ਜਾਏਗੀ। ਜੇ ਖਾਵਾਂਗੇ ਤਾਂ ਨਰਕਾਂ ਦੇ ਅਧਿਕਾਰੀ ਹੋਣਾ ਪਵੇਗਾ। ਮੰਗਣ ਵਾਲੇ ਲੋਕ ਪਿੱਤਲ ਦੀਆਂ ਗੜਵੀਆਂ, ਥਾਲੀਆਂ ਅਤੇ ਚਿੱਪੀਆਂ ਹੱਥਾਂ ਵਿੱਚ ਫੜੀ ਨੱਸੇ ਫਿਰਦੇ ਸਨ। ਦੇ ਮਾਈ ਦਾਨ ਕਰ, ਭਾਈ ਦਾਨ ਕਰ, ਲੋਕਾਂ ਨੂੰ ਕਹਿੰਦੇ ਫਿਰਦੇ ਸਨ। ਸਵਰਨ ਦਾਨ, ਚਾਂਦੀ ਦਾਨ, ਤਾਂਬਾ ਦਾਨ, ਇਹਨਾਂ ਤਿੰਨਾਂ ਕਾਰਾਂ ਸ਼ਬਦਾਂ ਨਾਲ ਦੁਹਾਈ ਮਚਾਈ ਹੋਈ ਸੀ। ਦਾਨ ਦੇ ਨਾਂ ਉੱਤੇ ਭੋਲੀ ਜਨਤਾ ਨੂੰ ਲੁੱਟੀ ਜਾ ਰਹੇ ਸਨ। ਇਸ਼ਨਾਨ ਹੋ ਰਹੇ ਸੀ। ਕਈ ਭੁੱਲੜ ਸੋਨੇ, ਚਾਂਦੀ ਅਤੇ ਰੇਸ਼ਮੀ ਕੱਪੜਿਆਂ ਨਾਲ ਆਪਣੀਆਂ ਇਸਤਰੀਆਂ ਨੂੰ ਸ਼ਿੰਗਾਰ ਕੇ ਮੰਦਰ ਵਿੱਚ ਚੜ੍ਹਾ ਰਹੇ ਸਨ। ਮੁੜ ਉਹਨਾਂ ਦਾ ਮੁੱਲ ਪੈਂਦਾ ਸੀ। ਪਤੀ ਕੀਮਤ ਦੇ ਕੇ ਇਸਤਰੀਆਂ ਵਾਪਸ ਲੈਂਦੇ ਸਨ। ਜਿੰਨੀ ਪਹੁੰਚ ਓਨੀ ਕੀਮਤ। ਇਸ ਮੂਰਖਤਾ ਵੱਲ ਦੇਖ ਕੇ ਗੁਰੂ ਜੀ ਬਹੁਤ ਹੈਰਾਨ ਹੋਏ। ਗੁਰੂ ਜੀ ਦੇ ਪ੍ਰਚਾਰਨ ਕਰਨ ਅਤੇ ਲੋਕਾਂ ਨੂੰ ਇਕੱਠੇ ਕਰਨ ਦਾ ਢੰਗ ਨਵਾਂ ਸੀ। ਉਹ ਕੋਈ ਨਾ ਕੋਈ ਗੱਲ ਜਾਂ ਸਾਧਨ ਐਸਾ ਕਰਦੇ ਜਿਸ ਨਾਲ ਲੋਕ ਆਪਣੇ ਆਪ ਹੀ ਉਹਨਾਂ ਕੋਲ ਆ ਜਾਂਦੇ। ਜਦੋਂ ਲੋਕ ਇਕੱਠੇ ਹੁੰਦੇ ਤਾਂ ਉਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ। ਗੁਰੂ ਜੀ ਨੇ ਭਰਮ ਦੂਰ ਕਰਨ ਵਾਸਤੇ ਹਰਨ ਦਾ ਮਾਸ ਮੰਗਵਾਇਆ। ਅੱਗ ਬਾਲ ਕੇ ਉਸ ਨੂੰ ਉਬਾਲਣਾ ਧਰ ਦਿੱਤਾ। ਅੱਗ ਬਲੀ ਦੇ ਕੇ ਹਰਨ ਦਾ ਮਾਸ ਧਰਿਆ ਸੁਣ ਕੇ ਲੋਕਾਂ ਵਿੱਚ ਹਾਹਾਕਾਰ ਮਚ ਗਈ। ਦੂਰ ਦੂਰ ਤੱਕ ਚਰਚਾ ਖਿਲਾਰੀ। ਲੋਕ ਦੇਖਣ ਵਾਸਤੇ ਨੱਠੇ। ਮੇਲੇ ਦੇ ਪ੍ਰਬੰਧਕ
ਪੰਡਤ ਤੇ ਸਾਧੂ ਕ੍ਰੋਧ ਨਾਲ ਪੀਲੇ ਹੋ ਕੇ ਦੌੜੇ ਆਏ। ਅੱਗ ਬੁਝਾ ਦਿਓ, ਮਾਸ ਧਰ ਕੇ ਤੀਰਥ ਨੂੰ ਭ੍ਰਿਸ਼ਟ ਕਿਉਂ ਕੀਤਾ ਹੈ? ਸੂਰਜ ਦੇਵਤਾ ਦੀ ਕ੍ਰੋਧ ਤਬਾਹ ਕਰ ਦੇਵੇਗੀ। ਇਹ ਗੁਰੂ ਜੀ ਸਾਧੂ ਹੈ ਕਿ ਦੈਂਤ? ਫੜ ਲਵੋ ਇਹਨੂੰ, ਮਾਰ ਦਿਓ। ਹਨੇਰ ਪੈ ਗਿਆ, ਇਹੋ ਜਿਹੀਆਂ ਸੈਂਕੜੇ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਇਕੱਠ ਦੇ ਵਿੱਚੋਂ ਗੁਰੂ ਜੀ ਨੂੰ ਫੜਨ ਵਾਸਤੇ। ਪੰਡਤਾਂ ਦੇ ਸਾਧੂਆਂ ਉੱਤੇ ਉਹਨਾਂ ਦੇ ਪਿੱਠੂਆਂ ਦੇ ਕ੍ਰੋਧ ਨੂੰ ਦੇਖ ਕੇ ਮਰਦਾਨਾ ਭੈ ਭੀਤ ਹੋ ਗਿਆ। ਉਸ ਨੂੰ ਜਾਨ ਦਾ ਫਿਕਰ ਲੱਗਾ ਕਿ ਲੋਕ ਮਾਰ ਦੇਣਗੇ। ਉਹਦੇ ਕਮਜ਼ੋਰ ਦਿਲ ਦੀ ਆਵਾਜ਼ ਸੀ, ਦਾਤਾ ਅੱਗ ਬੁਝਾ ਦਈਏ, ਇਹ ਕੁਪੱਤ ਵੱਧ ਜਾਏਗਾ, ਰੌਲਾ, ਹਜ਼ਾਰਾਂ ਲੋਕ ਦੁਸ਼ਮਣ ਹੋ ਜਾਣਗੇ। ਅਸੀਂ ਦੋ ਬੰਦੇ ਹਜ਼ਾਰਾਂ ਦਾ ਮੁਕਾਬਲਾ ਕਿਵੇਂ ਕਰ ਸਕਦੇ ਹਾਂ? ਹੁਣ ਨਿਰਭੈ ਤੇ ਨਿਰਵੈਰ ਗੁਰੂ ਜੀ ਅਕਾਲ ਪੁਰਖ 'ਤੇ ਭਰੋਸਾ ਰੱਖਦੇ ਸਨ ਕਿ ਸੱਚ ਦਾ ਪ੍ਰਚਾਰ ਕਰਦਿਆਂ ਅਕਾਲ ਪੁਰਖ ਉਹਨਾਂ ਦੇ ਅੰਗ ਸੰਗ ਰਹੇਗਾ। ਉਹ ਨਿਰਭੈਤਾ ਨਾਲ ਬੋਲੇ, ਮਰਦਾਨਿਆਂ ਡਰ ਨਾ, ਦੇਖ ਰੰਗ ਕਰਤਾਰ ਦੇ, ਝੂਠ ਦੀ ਸੈਨਾ ਸੱਚਾਈ ਕੋਲੋਂ ਹਾਰਿਆ ਕਰਦੀ ਹੈ। ਗੁਰੂ ਜੀ ਉੱਤੇ ਹੱਥ ਉਠਾਉਣ ਦਾ ਕਿਸੇ ਨੂੰ ਹੌਸਲਾ ਨਾ ਪਿਆ। ਜਿੰਨੇ ਲੋਕ ਗੁੱਸੇ ਨਾਲ ਡਾਂਗਾਂ ਇੱਟਾਂ ਚੁੱਕੀ ਤੇ ਹੱਥਾਂ ਦੀਆਂ ਮੁੱਕੀਆਂ ਬੱਟੀ ਬਾਹੋ ਦਾ ਹੀ ਗੁਰੂ ਜੀ ਨੂੰ ਮਾਰਨ ਆਏ ਸਨ, ਦੀਦਾਰ ਕਰਦੇ ਸਾਰ ਗੁਰੂ ਜੀ ਨੂੰ ਮਾਰਨ ਦਾ ਹੌਸਲਾ ਨਾ ਪਿਆ। ਕਿਸੇ ਅਗੰਮੀ ਸ਼ਕਤੀ ਨੇ ਉਹਨਾਂ ਦੇ ਹੱਥ ਢਿੱਲੇ ਕਰ ਦਿੱਤੇ, ਜ਼ਬਾਨਾਂ ਤਾਲੂਏ ਦੇ ਨਾਲ ਜੋੜ ਦਿੱਤੀਆਂ ਤਾਂ ਕਿ ਕੋਈ ਮੰਦਾ ਸ਼ਬਦ ਨਾ ਬੋਲਣ। ਮੁਖੀ ਸਾਧੂ ਤੇ ਪੰਡਤ ਗੁਰੂ ਜੀ ਕੋਲ ਆਏ। ਕੋਈ ਚਾਰਾ ਨਾ ਚੱਲਦਾ ਦੇਖ ਗਿਆਨ ਚਰਚਾ ਕਰਨ ਲੱਗੇ। ਗਿਆਨ ਚਰਚਾ ਵਿੱਚ ਭਲਾ ਗੁਰੂ ਜੀ ਨੂੰ ਕੌਣ ਜਿੱਤੇ? ਸਾਧੂ ਤੇ ਪੰਡਤਾਂ ਦੇ ਸਾਰੇ ਸਵਾਲ ਸੁਣ ਕੇ ਗੁਰੂ ਜੀ ਨੇ ਬਾਣੀ ਰਾਹੀਂ ਉੱਤਰ ਦਿੱਤਾ ਕਿ ਭਲਿਓ ਮਨੁੱਖੋ, ਜਿਸ ਅੱਗ ਤੋਂ ਅੱਗ ਨੂੰ ਬੁਰਾ ਗਿਣਦੇ ਹੋ, ਜੇ ਇਹ ਤਾਂ ਸਦੀਵ ਕਾਲ ਤੋਂ ਮਨੁੱਖ ਦਾ ਸਾਥੀ ਤੁਰੇ ਆਉਂਦੇ ਹਨ। ਗੁਰੂ ਜੀ ਨੇ ਬਾਣੀ ਉਚਾਰੀ। ਸ਼ਲੋਕ ਮਹੱਲਾ ਪਹਿਲਾ। ਪਹਿਲਾ ਮਾਨਸ ਨਿਮਿਆ ਮਾਸੇ ਅੰਦਰ ਬਾਸ, ਜੀਉ ਪਾਏ ਮਾਸ ਮੋਹ ਮਿਲਿਆ ਹੱਡ ਚਮ ਤਨ ਪਾਸ। ਮਾਸਿਓ ਬਾਹਰ ਕੱਢਿਆ ਮੰਮਾ ਮਾਸ ਗਰਾਸ, ਮੋਹ ਮਾਸੇ ਕਾ ਜੀਵ ਮਾਸੇ ਕੀ ਮਾਸੇ ਅੰਦਰ ਸਾਸ। ਵੱਡਾ ਹੋਇਆ ਵਿਹਾਇਆ ਘਰ ਲੈ ਆਇਆ ਮਾਸ, ਮਾਸੋ ਹੀ ਮਾਸ ਉਪਜੇ ਮਾਸੋ ਸਭੇ ਖਾਕ ਸਾਕ। ਸਤਿਗੁਰ ਮਿਲਿਆ ਹੁਕਮ ਬੂਝਿਆ ਤਾਂ ਕੋ ਆਵੇ ਰਾਸ, ਆਪ ਛੁੱਟੇ ਨਹਿ ਛੁੱਟਿਆ ਨਾਨਕ ਬਚਨ ਬਣਾਸ। ਮਹੱਲਾ ਪਹਿਲਾ। ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ। ਕੌਣ ਮਾਸ ਕੌਣ ਸਾਗ ਕਹਾਵੇ, ਕਿਸ ਮਹਿ ਪਾਪ ਸਮਾਣੇ। ਗੈਂਡਾ ਮਾਰ ਹੋਮ ਜਗ ਕੀਏ, ਦੇਵਤਿਆਂ ਦੀ ਬਾਣੇ। ਮਾਸ ਛੋੜ ਬੈਸ ਨੱਕ ਪਕੜਿਓ, ਰਾਤੀ ਮਾਨਸ ਖਾਣੇ। ਫੜ ਕਰ ਲੋਕਾਂ ਨੂੰ ਦਿਖਾਵਲਿਓ, ਗਿਆਨ ਧਿਆਨ ਨਹੀਂ ਸੁਝੇ। ਨਾਨਕ ਅੰਧੇ ਸੋਂ ਕਿਆ ਕਹੀਆ, ਕਹੇ ਨਾ ਕਿਹਾ ਸੁਝੇ ਬੁਝੇ। ਅੰਧਾ ਸੋਏ ਜੇ ਅੰਧ ਕਮਾਵੇ, ਤਿਸ ਹਿਰਦੇ ਨਾ ਸੇ ਲੋਚਨ ਨਾਹੀ। ਮਾਤ ਪਿਤਾ ਕੀ ਰਾਖਤ ਡਪੰਨੇ, ਮੱਛੀ ਮਾਸ ਨ ਖਾਹੀ। ਇਸਤਰੀ ਪੁਰਖੇ ਜਾਂ ਨਿਸ ਮੇਲਾ, ਉੱਤੇ ਪੰਧ ਕਮਾਹੀ। ਮਾਸਿਓ ਨਿੰਮੇ ਮਾਸਿਓ ਜੰਮੇ, ਹਮ ਮਾਸੇ ਕੇ ਭਾਂਡੇ। ਗਿਆਨ ਧਿਆਨ ਕੁਸ ਸੁਝੇ ਨਾਹੀ, ਚਤਰ ਕੁਹਾਵੇ ਪਾਂਡੇ। ਮਾਸ ਪ੍ਰਾਣੀ ਮਾਸ ਕਤੇਬੀ, ਚੌਂ ਜੁਗ ਮਾਸ ਕਮਾਣਾ। ਸਾਜ ਕਾਜ ਵਿਆਹੋ ਸੁਹਾਵੇ, ਉੱਤੇ ਮਾਸ ਸਮਾਣਾ। ਇਸਤਰੀ ਪੁਰਖ ਨਿਭ ਜਿਹੋ, ਮਾਸਿਓ ਪਤਸ਼ਾਹੇ ਮੁਲਤਾਨਾ। ਸੁਲਤਾਨਾ ਜੇ ਉਹ ਦਿਸੇ ਨਰਕ ਜਾਂਦੇ, ਤਾਂ ਉਨਕਾ ਦਾਨ ਨਾ ਲੈਣਾ। ਦੇਂਦਾ ਨਰਕ ਸੁਰਗ ਲੈਂਦੇ, ਦੇਖਿਓ ਇਹੋ ਧਕਾਣਾ। ਆਪ ਨਾ ਬੁੱਝੇ ਲੋਕ ਬੁਝਾਏ, ਪਾਂਡੇ ਖਰੇ ਸਿਆਣਾ। ਪਾਂਡੇ ਤੂੰ ਜਾਣੇ ਹੀ ਨਾਹੀਂ, ਕਿੱਥੋਂ ਮਾਸ ਉਪੁੰਨਾ। ਤੁਹਿਓ ਅੰਨ ਕਮਾਦ ਕਪਾਹਾਂ, ਤੁਹਿਓ ਤਿਰ ਭਵਨ ਗੰਨਾ। ਤੁਹੋਂ ਆਖੇ ਹਉ ਬਹੁ ਵਿਧ, ਹੱਸ ਤੋਹੇ ਬਹੁਤ ਰਕਨ ਬਕਾਰਾ। ਬੇਅੰਤ ਬਾਣੀ ਦੇ ਰਾਹੀਂ ਸਤਿਗੁਰੂ ਜੀ ਨੇ
ਇਤੇ ਰਸ ਛੋੜ ਹੋਵੇ ਸੰਨਿਆਸੀ ਨਾਨਕ ਕਰੇ ਵਿਚਾਰਾ। ਬਾਰੇ ਕਹਿੰਦੇ ਗੁਰੂ ਜੀ ਨੇ ਆਖਿਆ, ਹੇ ਪੰਡਤੋ ਸੰਤੋ, ਮਾਸ ਨੂੰ ਮਾੜਾ ਸਮਝਦੇ ਜੇ, ਪਰ ਕੀ ਕਦੀ ਸੋਚਿਆ ਕਿ ਇਹ ਜੀਵ ਨੂੰ ਮਨੁੱਖ ਰੂਪ ਵਿੱਚ ਦੇਖਦੇ ਤਾਂ ਮੰਨਦੇ ਜੇ ਬਾਪ ਤੇ ਮਾਂ ਦੇ ਬੀਰਜ ਤੋਂ ਹੋਂਦ ਵਿੱਚ ਆਇਆ ਅਰ ਮਾਸ ਦੇ ਪੇਟ ਵਿੱਚੋਂ 9 ਮਹੀਨੇ ਪਲਦਾ ਰਿਹਾ। ਜਿਸ ਵੇਲੇ ਭਗਵਾਨ ਨੇ ਮਾਸ ਵਿੱਚ ਰਹਿੰਦਿਆਂ ਹੋਇਆਂ ਜਾਨ ਦਿੱਤੀ, ਤਦੇ ਮਾਸ ਦੀ ਜਵਾਨ ਲਈ। ਜਦੋਂ ਜਨਮ ਪਾ ਕੇ ਬਾਹਰ ਆਇਆ ਤਾਂ ਮਾਤਾ ਦਾ ਮੰਮਾ ਚੁੰਮਣ ਲੱਗਾ ਜੋ ਮਾਸ ਸੀ। ਜਦੋਂ ਜਵਾਨ ਹੋ ਕੇ ਵਿਆਹਿਆ ਗਿਆ ਤਾਂ ਅਗਲੇ ਘਰੋਂ ਮਾਸ ਇਸਤਰੀ ਲੈ ਆਇਆ। ਉਸ ਇਸਤਰੀ ਮਾਸ ਤੋਂ ਧੀਆਂ ਪੁੱਤਰ ਹੋਏ, ਉਹ ਵੀ ਮਾਸ ਹੀ ਸਨ। ਗੁਰੂ ਜੀ ਆਖਦੇ ਨੇ, ਭਾਈ ਮਾਸ ਦਾ ਭਰਮ ਹੈ, ਇਹੋ ਜਿਹੇ ਭਰਮ ਕਰਨ ਨਾਲ ਜੀਵਨ ਮੁਕਤੀ ਹਾਸਲ ਨਹੀਂ ਕਰ ਸਕਦਾ। ਤਾਂ ਹੀ ਮੁਕਤ ਹੋ ਸਕਦਾ ਜੇ ਸੱਚਾ ਗੁਰੂ ਉਸ ਨੂੰ ਮਿਲੇ। ਉਸ ਗੁਰੂ ਦੀ ਆਗਿਆ ਮੰਨਦਾ ਹੋਇਆ ਜੀਵ ਪਰਮਾਤਮਾ ਦੀ ਭਗਤੀ ਕਰੇ। ਆਹ ਹੈ ਨਹੀਂ ਬੁੱਧ ਨਾਲ 84 ਦੇ ਗੇੜ ਵਿੱਚੋਂ ਛੁਟਕਾਰਾ ਨਹੀਂ ਪਾ ਸਕਦਾ। ਹਉਮੈ ਭਰੀਆਂ ਗੱਲਾਂ ਕਰੀ ਜਾਣੀਆਂ ਦੁੱਖ ਦਾ ਕਾਰਨ ਹੁੰਦੀਆਂ ਹਨ। ਉਹ ਲੋਕ ਮੂਰਖ ਹਨ ਜੋ ਮਾਸ ਦਾ ਰੌਲਾ ਪਾਉਂਦੇ ਹਨ। ਉਹ ਅਕਾਲ ਪੁਰਖ ਵੱਲ ਧਿਆਨ ਨਹੀਂ ਕਰਦੇ। ਤਾਂ ਸੋਚੋ, ਕਿਹੜਾ ਮਾਸ ਕਿਹੜਾ ਸਾਗ, ਕਿਹੜੇ ਵਿੱਚ ਕਿੰਨਾ ਪਾਪ ਹੈ। ਗ੍ਰੰਥਾਂ ਵਿੱਚ ਲਿਖਿਆ ਕਿ ਗੈਂਡਾ ਮਾਰ ਕੇ ਹੋਮ ਤੇ ਜੱਗ ਕੀਤੇ ਜਾਂਦੇ ਸਨ। ਦੇਵਤਿਆਂ ਦਾ ਇਹ ਆਮ ਰਿਵਾਜ ਸੀ। ਜੋ ਲੋਕ ਉੱਚੀ ਕੁਲ ਵਾਲੇ ਖਵਾਉਂਦੇ ਹੋਏ ਮਾਸ ਨੂੰ ਦੇਖ ਕੇ ਤਾਂ ਨਾਸਾਂ ਘੁੱਟਦੇ, ਬੁੱਲ੍ਹ ਮਰੋੜਦੇ ਅਤੇ ਅੱਖਾਂ ਮੀਟ ਲੈਂਦੇ ਹਨ। ਪਰ ਉਹ ਰਾਤ ਨੂੰ ਕਈ ਤਰ੍ਹਾਂ ਦੀਆਂ ਚੋਰੀਆਂ ਠੱਗੀਆਂ ਕਰਕੇ ਮਨੁੱਖਾਂ ਨੂੰ ਖਾ ਜਾਂਦੇ ਨੇ। ਜੋ ਸਵੇਰੇ ਬਹਾਨੇ ਕਰਦੇ ਨੇ ਉਹ ਸਭ ਲੋਕ ਦਿਖਾਵਾ ਹਨ। ਉਹਨਾਂ ਨੂੰ ਆਖਣ ਤੋਂ ਵੀ ਕੁਝ ਸਮਝ ਨਹੀਂ ਪੈਂਦੀ। ਅੰਨਾ ਉਹ ਹੈ ਜੋ ਮਾੜੇ ਕਰਮ ਕਰਦਾ, ਉਹਦੀ ਆਤਮਾ ਕੋਲ ਬੁੱਧੀ ਦੀਆਂ ਅੱਖਾਂ ਨਹੀਂ। ਉਹ ਨਹੀਂ ਜਾਣਦਾ ਮਾਂ ਬਾਪ ਦੇ ਬੀਰਜ ਤੋਂ ਬਣਿਆ। ਰਾਤ ਨੂੰ ਇਸਤਰੀ ਨਾਲ ਭੋਗ ਕਰਕੇ ਮਾੜਾ ਕਰਮ ਕੀਤਾ। ਮਾਸ ਵਿੱਚ ਹੋਂਦ ਹੋਈ, ਮਾਸ ਵਿੱਚ ਹੀ ਪੱਲੇ 'ਤੇ ਜੰਮੇ। ਸੱਚ ਆਖਦਾ ਕਿ ਮਨੁੱਖ ਮਾਸ ਦਾ ਭਾਂਡਾ ਹੈ। ਰੌਲਾ ਤਾਂ ਪਾਉਂਦੇ ਜੇ ਅਤੇ ਤੁਸੀਂ ਗਿਆਨੀ ਜੇ, ਪਰ ਜਾਣਦੇ ਕੁਝ ਨਹੀਂ। ਬਾਹਰ ਦਾ ਮਾਸ ਹੋਰ ਜੀਆਂ ਦਾ ਤਾਂ ਮਾੜਾ ਹੈ, ਪਰ ਘਰ ਦਾ ਚੰਗਾ ਹੈ। ਜਿੰਨੇ ਪੰਛੀ ਪਸ਼ੂ ਕੀੜੇ ਮਕੌੜੇ ਹਨ, ਸਭ ਮਾਸ ਦੇ ਨੇ। ਤੁਸੀਂ ਲੋਕ ਮਾੜਾ ਖਾਣਾ ਖਾ ਲੈਂਦੇ ਜੇ, ਪਰ ਚੰਗਾ ਖਾਣਾ ਮਾਸ ਨਹੀਂ ਖਾਂਦੇ। ਇਹਦਾ ਸਾਫ਼ ਭਾਵ ਹੈ ਕਿ ਤੁਹਾਡਾ ਗੁਰੂ ਅੰਨਾ ਸੀ। ਪੁਰਾਣਾ ਹਿੰਦੂ ਗ੍ਰੰਥਾਂ ਵਿੱਚ ਵੀ ਲਿਖਿਆ ਕਿ ਮਾਸ ਖਾਣਾ ਚੰਗਾ ਹੈ। ਜਵਨੀ ਗ੍ਰੰਥ ਵੀ ਮੰਨਦੇ ਨੇ। ਜਦੋਂ ਪੂਜਾ ਜਾਂ ਮੰਗਣੀ ਵਿਆਹ ਹੁੰਦਾ ਹੈ ਤਦੋਂ ਵੀ ਮਾਸ ਖਾਂਦੇ ਜੇ। ਇਸਤਰੀ ਮਰਦ ਚੱਕਰਵਰਤੀ ਰਾਜੇ ਸਭ ਮਾਸ ਤੋਂ ਹੀ ਜਨਮੇ ਹਨ। ਸਾਰੇ ਰਾਜੇ ਮਾਸ ਖਾਂਦੇ ਹਨ, ਫਿਰ ਉਹਨਾਂ ਕੋਲੋਂ ਦਾਨ ਲੈਂਦੇ ਹੋ। ਜਦੋਂ ਤੁਹਾਨੂੰ ਗਿਆਨ ਹੈ ਕਿ ਮਾਸ ਖਾਣ ਵਾਲਾ ਨਰਕਾਂ ਨੂੰ ਜਾਵੇਗਾ ਤਾਂ ਫਿਰ ਉਸ ਕੋਲੋਂ ਦਾਨ ਲੈ ਕੇ ਤੁਸੀਂ ਨਰਕਾਂ ਦੇ ਭਾਗੀ ਕਿਉਂ ਨਹੀਂ ਬਣਦੇ? ਕੀ ਇਹ ਧੋਖਾ ਨਹੀਂ? ਜੋ ਦਾਨ ਕਰਨ ਵਾਲਾ ਤਾਂ ਨਰਕ ਨੂੰ ਜਾਵੇ ਅਤੇ ਦਾਨ ਲੈਣ ਵਾਲਾ ਸਵਰਗ ਨੂੰ ਜਾਵੇ। ਆਪ ਤਾਂ ਤੂੰ ਇਸ ਭੇਦ ਨੂੰ ਸਮਝਦਾ ਨਹੀਂ। ਲੋਕਾਂ ਨੂੰ ਖਾਕ ਦੱਸੇਗਾ, ਫਿਰ ਵੀ ਸਿਆਣੇ ਹੋਣ ਦੀਆਂ ਡੀਂਗਾਂ ਮਾਰਦਾ ਹੈ। ਉਹ ਮੂਰਖ ਪੰਡਤ ਇਹ ਨਹੀਂ ਜਾਣਦਾ ਮਾਸ ਕਿੱਥੋਂ ਬਣਿਆ ਹੈ। ਪਾਣੀ ਨਾਲ ਕਮਾਦ, ਅੰਨ, ਕਣਕ, ਜੌਂ, ਛੋਲੇ ਆਦਿਕ ਪਲਦੇ ਹਨ। ਪਾਣੀ ਆਖਦਾ ਮੈਂ ਚੰਗਾ ਹਾਂ, ਪਰ ਸੋਚੀਏ ਤਾਂ ਪਾਣੀ ਵਿੱਚ ਵੀ ਕਈ ਤਰ੍ਹਾਂ ਦੇ ਜੀਵ ਹਨ ਜੋ ਮਾਸ ਦੇ ਲੋਥੜੇ ਹਨ। ਭਾਈ ਜੇ ਮਾਸ ਦਾ ਬਹਾਨਾ ਕਰੇ ਤਾਂ ਸਾਰੇ ਜਗਤ ਦੇ ਰਸ ਛੱਡਣੇ ਪੈਣਗੇ, ਕਿਉਂਕਿ ਉਹਨਾਂ ਦਾ ਸੰਬੰਧ ਮਾਸ ਨਾਲ ਹੈ। ਜਿਹੜਾ ਰਸ ਛੱਡਦਾ ਹੈ ਉਹ ਸੱਚਾ ਸੰਨਿਆਸੀ ਹੈ। ਸੋ ਅਕਲ ਤੋਂ ਕੰਮ ਲਵੋ।
ਮਾਸ ਮਾਸ ਦਾ ਰੌਲਾ ਨਾ ਪਾਵੋ। ਗੁਰੂ ਜੀ ਦੇ ਬਚਨ ਸੁਣ ਕੇ ਸਾਰਿਆਂ ਨੂੰ ਗਿਆਨ ਹੋ ਗਿਆ। ਸਰਬ ਕਲਾ ਸੰਪੂਰਨ ਗੁਰੂ ਜੀ ਨੇ ਸਾਰਿਆਂ ਦੇ ਹਿਰਦੇ ਉੱਤੇ ਫਤਿਹ ਦੀ ਮੋਹਰ ਲਾ ਦਿੱਤੀ। ਸਾਰਿਆਂ ਦੇ ਸਿਰ ਨੀਵੇਂ ਹੋ ਗਏ। ਗੁਰੂ ਜੀ ਨੂੰ ਮਾਰਨ ਵਾਸਤੇ ਜੋ ਕਿਸੇ ਦੇ ਹੱਥ ਵਿੱਚ ਲੱਕੜ, ਪੱਥਰ ਜਾਂ ਢੀਮ ਸੀ, ਉਹ ਹੱਥੋਂ ਛੁੱਟ ਕੇ ਧਰਤੀ ਉੱਤੇ ਡਿੱਗ ਪਈ। ਦੋਵੇਂ ਹੱਥ ਆਪ ਮੁਹਾਰੇ ਜੁੜ ਗਏ। ਪ੍ਰਣਾਮ ਕੀਤਾ, ਖਿਮਾ ਮੰਗੀ। ਕਈਆਂ ਨੇ ਅੱਗੇ ਹੋ ਕੇ ਚਰਨਾਂ ਉੱਤੇ ਸਿਰ ਰੱਖੇ। ਤੇ ਜਵਾਨੋਂ ਆਖਿਆ, ਦਾਤਿਆ ਅਸੀਂ ਮੂਰਖ ਜੀਵ ਹਾਂ, ਮਿਹਰ ਕਰਕੇ ਸਾਨੂੰ ਗਿਆਨ ਬਖਸ਼। ਭਵ ਸਾਗਰ ਤੋਂ ਤਾਰਨ ਦੇ ਸਾਧਨ ਦੱਸ। ਗੁਰੂ ਜੀ ਨੇ ਕਈਆਂ ਨੂੰ 7 ਕਰਤਾਰ ਦਾ ਸਿਮਰਨ ਕਰਨਾ ਦੱਸਿਆ। ਗੁਰੂ ਜੀ ਨੂੰ ਪ੍ਰਚਾਰ ਵਿੱਚ ਸਫਲਤਾ ਹਾਸਲ ਹੋਈ। ਹੁਣ ਜਿਸ ਪਵਿੱਤਰ ਸਥਾਨ ਉੱਤੇ ਗੁਰੂ ਜੀ ਨੇ ਬਿਰਾਜ ਕੇ ਪੰਡਤਾਂ ਦੇ ਸਾਧੂਆਂ ਨੂੰ ਉਪਦੇਸ਼ ਦਿੱਤਾ, ਉੱਥੇ ਗੁਰਦੁਆਰਾ ਬਣਿਆ ਹੋਇਆ ਹੈ। ਸੂਰਜ ਗ੍ਰਹਿਣ ਦੇ ਮੇਲੇ 'ਤੇ ਕਦੀ ਕਦਾਈ ਗੁਰੂ ਜੀ ਦੇ ਸਿੱਖ ਚਲੇ ਜਾਂਦੇ, ਉਪਦੇਸ਼ ਕਰਨ ਦਾ ਯਤਨ ਕਰਦੇ ਹਨ। ਥਨੇਸਰ ਦੀ ਖੁਸ਼ਕ ਤੇ ਪ੍ਰੀਤਹੀਣ ਧਰਤੀ ਵਿੱਚੋਂ ਅਜੇ ਵੀ ਮਰਦਾਨੇ ਦੀ ਰਬਾਬ ਗੁਰੂ ਨਾਨਕ ਜੀ ਦੇ ਬਚਨ ਸੁਣਾਈ ਦਿੰਦੇ ਹਨ। ਹੁਣ ਸਾਧ ਸੰਗਤ ਪੂਰਬ ਦੇ ਹਿੰਦੂ ਤੀਰਥਾਂ ਦੀ ਯਾਤਰਾ ਸਤਿਗੁਰੂ ਜੀ ਅੱਗੇ ਗਏ। ਹੁਣ ਵੇਦ ਕਾਲ ਤੋਂ ਹਰਿਦੁਆਰ ਦਰਿਆ ਗੰਗਾ ਦਾ ਕਿਨਾਰਾ ਇੱਕ ਮਹਾਨ ਪੂਜਨਿਕ ਸਥਾਨ ਮਿਥਿਆ ਚੱਲਿਆ ਆਉਂਦਾ ਹੈ। ਅਚੇਚੇ ਤਿਉਹਾਰਾਂ ਦੇ ਦਿਹਾੜਿਆਂ ਤੋਂ ਬਿਨਾਂ ਹਰ ਰੋਜ਼ ਹੀ ਹਜ਼ਾਰਾਂ ਹਿੰਦੂ ਹਰਿਦੁਆਰ ਦੀ ਯਾਤਰਾ ਕਰਦੇ ਤੇ ਹਰ ਕੀ ਪੌੜੀ ਗੰਗਾ ਇਸ਼ਨਾਨ ਕਰਦੇ। ਦਿਨੋਂ ਦਿਨ ਇਸ ਤੀਰਥ ਦੀ ਮਹਾਨਤਾ ਵੱਧਦੀ ਹੀ ਗਈ। ਅੱਜ ਹਰਿਦੁਆਰ ਗੰਗਾ ਕਿਨਾਰੇ ਖਿਲਰਿਆ ਹੋਇਆ ਤਕੜਾ ਸ਼ਹਿਰ ਹੈ। ਗੁਰੂ ਨਾਨਕ ਜੀ ਦੇ ਸਮੇਂ ਇਹ ਛੋਟਾ ਜਿਹਾ ਸ਼ਹਿਰ ਸੀ। ਸਾਰੇ ਹਿੰਦ ਵਿੱਚੋਂ ਲੋਕ ਪੈਦਲ ਤੁਰ ਕੇ ਯਾਤਰਾ ਵਾਸਤੇ ਆਉਂਦੇ ਸਨ। ਗ੍ਰੰਥਾਂ ਵਿੱਚ ਲਿਖਿਆ ਕਿ 5 ਪਾਂਡਵਾਂ ਦਾ ਬਾਪ ਰਾਜਾ ਪਾਂਡਵ ਨੇ ਵੀ ਹਰਿਦੁਆਰ ਹੀ ਚਲਾਣਾ ਕੀਤਾ ਸੀ, ਕਿਉਂਕਿ ਉਹ ਆਪਣੀ ਰਾਣੀ ਸਮੇਤ ਯਾਤਰਾ ਕਰਨ ਵਾਸਤੇ ਆਇਆ ਹੋਇਆ ਸੀ। ਸੂਰਜ ਗ੍ਰਹਿਣ ਦਾ ਮੇਲਾ ਉਜੜ ਗਿਆ। ਲੋਕ ਘਰਾਂ ਨੂੰ ਤੁਰ ਪਏ। ਜੋ ਸਾਧੂ ਹਰਿਦੁਆਰ ਤੋਂ ਆਏ ਸਨ, ਉਹ ਕਾਫਲਿਆਂ ਵਾਂਗ ਇਕੱਠੇ ਹੋ ਕੇ ਹਰਿਦੁਆਰ ਨੂੰ ਮੁੜ ਪਏ। ਉਹਨਾਂ ਦੇ ਨਾਲ ਉਹ ਯਾਤਰੂ ਵੀ ਰਲ ਗਏ ਜੋ ਹਰਿਦੁਆਰ ਦੀ ਯਾਤਰਾ ਕਰਨਾ ਚਾਹੁੰਦੇ ਸਨ। ਗੁਰੂ ਨਾਨਕ ਜੀ ਸਾਧੂਆਂ ਦੇ ਨਾਲ ਹਰਿਦੁਆਰ ਨੂੰ ਚੱਲ ਪਏ। ਉਹਨਾਂ ਦੀ ਮਨੋਭਾਵਨਾ ਤੀਰਥਾਂ ਉੱਤੇ ਹੋ ਰਹੇ ਪਖੰਡ ਨੂੰ ਦੂਰ ਕਰਨਾ ਸੀ। ਉਸ ਸਮੇਂ ਲੋੜ ਦਾ ਧਰਮ ਸੀ। ਲੋੜਾਂ ਪੂਰੀਆਂ ਕਰਨ ਵਾਸਤੇ ਹੀ ਯਾਤਰੀ ਤੀਰਥਾਂ ਉੱਤੇ ਭੌਂਦੇ। ਯਾਤਰੂਆਂ ਕੋਲੋਂ ਮਾਇਆ ਤੇ ਵਸਤਰ ਵਸੂਲ ਕਰਕੇ ਬ੍ਰਾਹਮਣ ਅਤੇ ਪੁਜਾਰੀ ਆਪਣੀਆਂ ਜੀਵਨ ਲੋੜਾਂ ਪੂਰੀਆਂ ਕਰਦੇ ਸਨ। ਕਪਟ ਪ੍ਰਧਾਨ ਸੀ। ਸੱਚੀ ਧਾਰਮਿਕ ਸ਼ਰਧਾ ਦਾ ਲੋਕਾਂ ਨੂੰ ਗਿਆਨ ਹੀ ਨਹੀਂ ਸੀ। ਜੇ ਕਿਸੇ ਨੇ ਅੰਨ ਘੜੇ ਪੱਥਰ ਉੱਤੇ ਲਾਲ ਟਾਕੀ ਪਾ ਕੇ ਦੇਵੀ ਜਾਂ ਦੇਵਤਾ ਬਣਾ ਦਿੱਤਾ ਤਾਂ ਭੋਲੀ ਜਨਤਾ ਉਸ ਨੂੰ ਹੀ ਨੌ ਨਿਧ ਤੇ ਸਿੱਧ ਬਖਸ਼ਣ ਵਾਲਾ ਈਸ਼ਵਰ ਮੰਨਣ ਲੱਗ ਪਈ। ਪੁਜਾਰੀ ਨੂੰ ਪੂਜਾ ਨਾਲ ਗਰਜ ਹੁੰਦੀ ਹੈ। ਰਾਹ ਦੇ ਵਿੱਚ ਜਿੱਥੇ ਵੀ ਪੜਾਅ ਆਉਂਦਾ, ਉੱਥੇ ਹੀ ਗੁਰੂ ਜੀ ਲੋਕਾਂ ਨੂੰ ਨਿਹਾਲ ਕਰਦੇ, ਇੱਕ ਓਂਕਾਰ ਦਾ ਪ੍ਰਚਾਰ ਕਰਦੇ, ਸਤਨਾਮ ਸਤ ਕਰਤਾਰ ਦੀ ਧੁਨ ਵਿੱਚ ਜੀਵਾਂ ਨੂੰ ਮਗਨ ਕਰ ਛੱਡਦੇ। ਥੋੜ੍ਹੇ ਦਿਨਾਂ ਵਿੱਚ ਪੰਥ ਮੁਕਾ ਕੇ ਮਰਦਾਨੇ ਸਮੇਤ ਗੁਰੂ ਜੀ ਹਰਿਦੁਆਰ ਪਹੁੰਚ ਗਏ। ਹਰ ਕੀ ਪੌੜੀ ਕੋਲ ਜਾ ਬੈਠੇ, ਜਿੱਥੇ ਹੁਣ ਗੁਰਦੁਆਰਾ ਹੈ। ਦੂਰ ਤੱਕ ਨਿਗਾਹ ਮਾਰੀ, ਲੋਕ ਇਸ਼ਨਾਨ ਤੇ ਪੂਜਾ ਕਰਦੇ ਵੇਖੇ।
ਪੰਡਤ ਨੂੰ ਵੇਖਿਆ ਉਹ ਯਾਤਰੂਆਂ ਦੇ ਲੀੜੇ ਲਾਹ ਰਿਹਾ ਸੀ, ਮੋਇਆਂ ਦਾ ਦਾਨ ਲਈ ਜਾਂਦਾ ਸੀ। ਗੰਗਾ ਪਾਰ ਦੀਆਂ ਪਹਾੜੀਆਂ ਤੋਂ ਉੱਪਰ ਆ ਕੇ ਸੂਰਜ ਦੇ ਦਰਸ਼ਨ ਦਿੱਤੇ। ਸੂਰਜ ਨੂੰ ਵੇਖ ਕੇ ਇਸ਼ਨਾਨ ਕਰਨ ਵਾਲੇ ਲੋਕ ਸੂਰਜ ਵੱਲ ਮੂੰਹ ਕਰਕੇ ਪਾਣੀ ਦੀਆਂ ਚੂਲੀਆਂ ਛਕਣ ਲੱਗੇ। ਗੁਰੂ ਜੀ ਉਹਨਾਂ ਦੀ ਮੂਰਖਤਾ ਉੱਤੇ ਮੁਸਕਰਾਏ। ਕਰੁਣਾ ਨਿਧਿ ਨੂੰ ਦਇਆ ਆਈ, ਉਹਨਾਂ ਭੁੱਲਿਆਂ ਨੂੰ ਰਾਹੇ ਪਾਉਣਾ ਸੀ। ਸੋਚਿਆ ਕਿ ਨਿਰਾਲਾ ਕੌਤਕ ਕੀਤਾ ਜਾਵੇ ਜਿਸ ਨਾਲ ਲੋਕ ਇਕੱਠੇ ਹੋ ਜਾਣ। ਗੁਰੂ ਜੀ ਨੇ ਵਸਤਰ ਉਤਾਰੇ, ਗੰਗਾ ਦੇ ਜਲ ਵਿੱਚ ਖਲੋਤੇ ਲੋਕ ਚੜ੍ਹੇ ਸੂਰਜ ਨੂੰ ਪੂਰਬ ਦਿਸ਼ਾ ਵੱਲ ਪਾਣੀ ਚੜ੍ਹਾ ਰਹੇ ਸਨ ਤਾਂ ਗੁਰੂ ਜੀ ਪੱਛਮ ਵੱਲ ਮੂੰਹ ਕਰਕੇ ਬੁੱਕਾਂ ਨਾਲ ਪਾਣੀ ਸੁੱਟਣ ਲੱਗ ਪਏ। ਇੱਕਾ ਦੋਹਾਂ ਨੇ ਦੇਖਿਆ, ਉਹਨਾਂ ਨੇ ਗਲ ਨਾ ਗੌਲੀ, ਅੱਗੇ ਤੁਰ ਗਏ। ਲਾਗੇ ਖਲੋਤੇ ਆਮਣੋ ਸਾਹਮਣੇ ਸਿਆਣਿਆਂ ਨੇ ਜਦੋਂ ਦੇਖਿਆ ਤਾਂ ਹੈਰਾਨੀ ਦੇ ਲਹਿਜੇ ਵਿੱਚ ਇੱਕ ਦੂਸਰੇ ਨੂੰ ਆਖਣ ਲੱਗੇ, ਇਹ ਬੰਦਾ ਤਾਂ ਸਦਾਈ ਹੈ ਜਾਂ ਭੁੱਲੜ। ਲੋਕ ਸੂਰਜ ਦੇਵਤਾ ਨੂੰ ਪਾਣੀ ਦਿੰਦੇ ਹਨ, ਇਹ ਪਾਛਾਂ ਵੱਲ ਛਿੱਟੀ ਜਾਂਦਾ ਹੈ। ਆਪੋ ਵਿੱਚ ਦੀ ਇਉਂ ਗੱਲਾਂ ਕਰਦੇ ਹੋਏ ਉਹ ਇਕੱਠੇ ਹੋ ਗਏ। ਚੋਖਾ ਇਕੱਠ ਹੋ ਗਿਆ। ਗੁਰੂ ਜੀ ਪਾਣੀ ਛੱਟੀ ਗਏ। ਜਦੋਂ ਇਕੱਠ ਭਾਰੀ ਹੋ ਗਿਆ ਤਾਂ ਇੱਕ ਪੰਡਤ ਨੇ ਅੱਗੇ ਹੋ ਕੇ ਆਖਿਆ, ਪੁਰਸ਼ਾ ਤੂੰ ਕੌਣ ਆ? ਹਿੰਦੂ ਆ ਕਿ ਮੁਸਲਮਾਨ ਆ? ਗੁਰੂ ਜੀ ਪਾਣੀ ਝੱਟਣੋਂ ਰੁਕ ਗਏ, ਪੁੱਛਣ ਵਾਲੇ ਵੱਲ ਦੇ ਕੇ ਆਖਣ ਲੱਗੇ, ਪੁਰਸ਼ਾ ਮੈਨੂੰ ਕੁਝ ਆਖਿਆ? ਹਾਂ, ਮੈਂ ਤੈਨੂੰ ਪੁੱਛਿਆ ਕਿ ਤੂੰ ਹਿੰਦੂ ਆ ਜਾਂ ਮੁਸਲਮਾਨ ਹੋ? ਬ੍ਰਾਹਮਣ ਨੇ ਹੰਕਾਰ ਦੇ ਲਹਿਜੇ ਵਿੱਚ ਪੁੱਛਿਆ। ਮੈਂ ਹਿੰਦੂ ਹਾਂ। ਗੁਰੂ ਜੀ ਨੇ ਧੀਰਜ ਨਾਲ ਉੱਤਰ ਦਿੱਤਾ। ਰਵਾਬ ਤੇ ਵਸਤਰਾਂ ਨੂੰ ਕੱਛੇ ਮਾਰ ਕੇ ਮਰਦਾਨਾ ਵੀ ਕੋਲ ਆ ਗਿਆ। ਗੁਰੂ ਜੀ ਦੀ ਜ਼ਬਾਨੋਂ ਹਿੰਦੂ ਸ਼ਬਦ ਸੁਣਦੇ ਸਾਰ ਪੰਡਤ ਅਤੇ ਹੋਰ ਲੋਕ ਲਾਲ ਪੀਲੇ ਹੋ ਕੇ ਤੜਫੇ। ਕਹਿੰਦੇ, ਚੰਗਾ ਹਿੰਦੂ ਹੈ ਤੂੰ, ਇੰਨੀ ਉਮਰ ਹੋ ਗਈ ਅਜੇ ਤੱਕ ਤੈਨੂੰ ਇਹ ਵੀ ਪਤਾ ਨਹੀਂ ਕਿ ਹਿੰਦੂ ਧਰਮ ਕੀ ਹੈ। ਲੋਕ ਸੂਰਜ ਦੇਵਤਾ ਨੂੰ ਪਾਣੀ ਦਿੰਦੇ ਆ, ਤੂੰ ਤੁਰਕਾਂ ਵਾਂਗ ਪੱਛਮ ਨੂੰ ਪਾਣੀ ਸੁੱਟ ਕੇ ਕਰੀਤ ਕਰਦਾ। ਇਹੋ ਜਿਹੇ ਕਬੋਲ ਕਈਆਂ ਨੇ ਬੋਲੇ, ਪਰ ਗੁਰੂ ਜੀ ਨੇ ਗੁੱਸਾ ਨਹੀਂ ਕੀਤਾ, ਸਗੋਂ ਹੱਸ ਕੇ ਉੱਤਰ ਦਿੱਤਾ, ਮਿੱਤਰੋ ਮੈਂ ਕਿਸੇ ਦੇਵਤੇ ਦੀ ਪੂਜਾ ਨਹੀਂ ਕਰਦਾ, ਨਾ ਮੈਂ ਮੁਕਤੀ ਵਾਸਤੇ ਪਾਣੀ ਸੁੱਟਦਾ ਹਾਂ। ਮੈਂ ਪੰਜਾਬੋਂ ਆਇਆ, ਆਉਂਦਿਆਂ ਹੋਇਆਂ ਪੰਜਾਬ ਵਿੱਚ ਖੇਤੀ ਬੀਜ ਕੇ ਆਇਆ। ਪਾਣੀ ਨਾ ਮਿਲਣ ਦੇ ਕਾਰਨ ਸੁੱਕਦੀ ਜਾਪਦੀ ਹੈ। ਮੈਂ ਤਾਂ ਪਾਣੀ ਉਸ ਵੱਲ ਸੁੱਟ ਰਿਹਾ ਤਾਂ ਕਿ ਖੇਤੀ ਸੁੱਕੇ ਨਾ। ਹੁਣ ਪੰਡਤ ਤੇ ਦਰਸ਼ਕ ਇਹ ਸੁਣ ਕੇ ਖਿੜਖਿੜਾ ਕੇ ਹੱਸ ਪਏ। ਹੱਸਦਿਆਂ ਹੋਇਆਂ ਨੇ ਉਹਨਾਂ ਨੇ ਮਖੌਲ ਉਡਾਇਆ, ਇਹ ਕੈਸਾ ਬੰਦਾ, ਕਦੀ ਝੱਟਿਆ ਵੀ ਪਾਣੀ ਪੰਜਾਬ ਪਹੁੰਚ ਜਾਵੇਗਾ। ਪਾਣੀ ਤਾਂ ਮੁੜ ਕੇ ਗੰਗਾ ਵਿੱਚ ਹੀ ਰਿਹਾ ਹੈ। ਖੇਤੀ ਪੰਜਾਬ ਵਿੱਚ 200 ਕੋਹ ਉੱਤੇ ਸੁੱਕ ਰਹੀ ਹੈ। ਮੂਰਖਾਂ ਦਾ ਹਾਸਾ ਵੇਖ ਕੇ ਗੁਰੂ ਜੀ ਨੂੰ ਸੁਨਹਿਰੀ ਸਮਾਂ ਹੱਥ ਆ ਗਿਆ। ਉਹ ਉੱਚੀ ਦੇ ਰੋਹਬ ਦੀ ਰੂਹ ਨਾਲ ਆਖਣ ਲੱਗੇ, ਸੁਣੋ ਮੇਰੇ ਸੱਚੇ ਕਰਮ ਵੱਲ ਵੇਖ ਕੇ ਹੱਸਣ ਵਾਲਿਓ, ਸੁਣੋ। ਮੇਰਾ ਧਰਤੀ ਦੀ ਪੱਧਰ 'ਤੇ ਝੱਟਿਆ ਪਾਣੀ ਤਾਂ 200 ਕੋਹ ਪੰਜਾਬ ਵਿੱਚ ਨਹੀਂ ਉਪੜੇਗਾ, ਪਰ ਤੁਹਾਡਾ ਸੂਰਜ ਨੂੰ ਦਿੱਤਾ ਹੋਇਆ ਆਕਾਸ਼ ਤੇ ਪਿੱਤਰਾਂ ਵੱਲ ਛੱਡੀਆਂ ਚੋਲੀਆਂ ਪਾਣੀ ਕਿਵੇਂ ਪਹੁੰਚੇਗਾ, ਜਦੋਂ ਕਿ ਸੂਰਜ ਦੀ ਚਾਈ ਕਈ ਲੱਖ ਕੋਹ ਹੈ। ਮੇਰੇ ਪਿੱਤਰ ਤਾਂ ਵੈਸੇ ਹੀ ਪਤਾ ਨਹੀਂ ਉਹ ਕਿਹੜੀ ਜੂਨ ਤੇ ਕਿਹੜੇ ਦੇਸ਼ ਵਿੱਚ ਹਨ। ਰਤਾ ਸੋਚੋ, ਮੈਂ ਮੂਰਖ ਹਾਂ ਜਾਂ ਤੁਸੀਂ ਸਾਰੇ। ਹੁਣ ਜਗਤ ਗੁਰੂ ਨਾਨਕ ਜੀ ਦੇ ਮੁਖੋਂ ਇਹ ਬਚਨ ਸੁਣ ਕੇ ਸਾਰਿਆਂ ਦਾ ਹਾਸਾ ਕਾਫਰ ਹੋ ਗਿਆ। ਸਿਰ ਨੀਵੇਂ ਹੋ ਗਏ। ਉਹਨਾਂ ਨੂੰ ਸੁੱਝ ਪੈ ਗਈ ਕਿ ਸੱਚਮੁੱਚ ਭੁੱਲੇ ਹਾਂ। ਜਿਸ ਪੁਰਸ਼ ਨੂੰ ਕਮਲਾ ਜਾਂ ਮੂਰਖ ਸਮਝ ਕੇ ਹੱਸ ਰਹੇ ਹੈ, ਉਹ ਕੋਈ ਮਹਾਨ ਹਸਤੀ ਹੈ, ਅਵਤਾਰ ਰੂਪ ਮਹਾਂਪੁਰਖ ਹੈ। ਸੂਝ ਵਾਲੇ ਬੰਦੇ ਚਰਨੀ ਡਿੱਗ ਪਏ। ਗੁਰੂ ਜੀ ਨੇ ਮਿਹਰ ਕੀਤੇ, ਸਤ ਕਰਤਾਰ ਦਾ ਸਿਮਰਨ ਕਰਾ ਕੇ ਉਹਨਾਂ ਦੀ ਆਤਮਾ ਨੂੰ ਸਰਜੀਤ ਕਰ ਦਿੱਤਾ। ਉਹ ਨਿਹਾਲ ਹੋ ਕੇ ਗੁਰੂ ਜੀ ਦੇ ਸਿੱਖ ਬਣ ਗਏ। ਜੋ ਸਾਧ ਸੰਗਤ, ਅੱਜ ਦੀ ਕਥਾ ਇੱਥੋਂ ਸਮਾਪਤ ਕਰਦੇ ਹਾਂ।
ਕਥਾ ਵਿਚਾਰ ਕਰਦਿਆਂ ਤੋਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਭੁੱਲਾਂ ਚੁੱਕਾਂ ਅਣਜਾਣ ਬੱਚਾ ਸਮਝ ਕੇ ਮਾਫ਼ ਕਰਿਓ। ਅੱਗੇ ਵਾਸਤੇ ਸੁੱਧ ਬੁੱਧ ਤੇ ਚਾਓ ਭਾਓ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।